ਵਾਹਿਗੁਰੂ। ਸਾਧ ਸੰਗਤ ਜੀ, जितने भी आप ਸਰਬੱਤ ਮਾਈ ਭਾਈ ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੇ ਵਿੱਚ ਹਾਜ਼ਰ ਹੋ, ਸਾਰੇ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਦੀ ਧਾਰਨਾ ਵਿੱਚ ਬੋਲਣ ਦੀ ਖੇਚਲ ਕਰੋ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਫਿਰ ਸਾਰੇ ਭਾਈ ਬੋਲਣਗੇ। ਤੀਜੇ ਹਿੱਸੇ ਵਿੱਚ ਸਭ ਬੀਬੀਆਂ ਨੇ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਨੀ ਹੈ ਜੀ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਜੀ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਜੀ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਜੀ। ਸੰਤਾਂ ਸੰਗ ਵਿਹਾਵੇ ਜੀ, ਸੰਗ ਵਿਹਾਵੇ। ਸੰਤਾਂ ਸੰਗ ਵਿਹਾਵੇ ਹੋ, ਸੰਗ ਵਿਹਾਵੇ ਜੀ। ਸੰਤਾਂ ਸੰਗ ਵਿਹਾਵੇ ਹੋ, ਸੰਗ ਵਿਹਾਵੇ ਜੀ। ਸੰਤਾਂ ਸੰਗ ਵਿਹਾਵੇ ਜੀ, ਸੰਤਾਂ ਸੰਗ ਵਿਹਾਵੇ ਜੀ। ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਜੀ। ਹੋ ਕਿਰਪਾਲ ਸੁਆਮੀ ਸੰਤਾਂ ਸੰਗ ਵਿਹਾਵੇ ਜੀ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜਿਤਨੇ ਵੀ ਸਰਬੱਤ ਮਾਈ ਭਾਈ
ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਇਕੱਤਰ ਹੋਏ ਹੋ। ਸਾਰੇ ਹੀ ਸੰਤ ਮਹਾਰਾਜ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਯਾਦ ਕਰ ਰਹੇ ਹਾਂ। ਸਾਧ ਸੰਗਤ ਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਇੱਕ ਬਚਨ ਕਰਦੇ ਨੇ, ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ। ਸੱਚੇ ਪਾਤਸ਼ਾਹ ਜੀ ਸਾਡੀ ਨਿਭ ਜਾਵੇ ਤੇਰੇ ਪਿਆਰਿਆਂ ਦੇ ਨਾਲ, ਸਾਡੀ ਬਣ ਆਵੇ ਜਿਹੜੇ ਤੈਨੂੰ ਜਪਦੇ ਨੇ। ਕਿਉਂਕਿ ਉਹਨਾਂ ਦੀ ਸੰਗਤ ਦੇ ਨਾਲ, ਉਹਨਾਂ ਦੀ ਸ਼ੋਭਤ ਦੇ ਨਾਲ ਜਿਹੜਾ ਮਨੁੱਖ ਦਾ ਜੀਵਨ ਹੈ ਸਾਧ ਸੰਗਤ ਜੀ, ਉਹ ਪਰਮਾਰਥ ਦੇ ਰਸਤੇ ਤੇ ਚੱਲ ਕੇ ਸਫਲਾ ਹੋ ਜਾਂਦਾ ਹੈ। ਆਓ ਤੁਸੀਂ ਸਾਰੇ ਵੀ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸਰਪ੍ਰਸਤੀ ਦੇ ਹੇਠ ਮੌਜੂਦਾ ਜਿਹੜੇ ਮਹਾਂਪੁਰਖ ਸੇਵਾਦਾਰ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਸਮਾਗਮ ਕਰਵਾ ਰਹੇ ਹੋ। ਆਪਾਂ ਵੀ ਬੇਨਤੀਆਂ ਇਹੀ ਕਰਨੀਆਂ ਨੇ, ਸੱਚੇ ਪਾਤਸ਼ਾਹ ਜੀ ਜਿਹੜੇ ਤੇਰੇ ਪਿਆਰੇ ਨੇ, ਤੈਨੂੰ ਜਪਣ ਵਾਲੇ ਨੇ, ਤੇਰੀ ਅਰਾਧਨਾ ਕਰਨ ਵਾਲੇ ਨੇ, ਤੇਰੇ ਵਿੱਚ ਇੱਕਮਿਕ ਹੋ ਚੁੱਕੇ ਨੇ, ਜਿਹੜੇ ਸੱਚੇ ਪਾਤਸ਼ਾਹ ਕਿਤੇ ਕਿਣਕਾ ਉਹਨਾਂ ਦੇ ਜਪੇ ਹੋਏ ਨਾਮ ਦੇ ਵਿੱਚੋਂ, ਉਹਨਾਂ ਦੀ ਚਰਨ ਧੂੜੀ ਦੇ ਵਿੱਚੋਂ ਸਾਡੇ ਮੱਥੇ ਤੇ ਲੱਗ ਜਾਵੇ, ਇਹ ਸਾਡਾ ਵੀ ਭਲਾ ਹੋ ਜਾਵੇ, ਸਾਡਾ ਵੀ ਸੰਸਾਰ ਤੇ ਆਇਆ ਸਫਲਾ ਹੋ ਜਾਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ, ਇਹ ਬੇਨਤੀ ਕਰਦੇ ਨੇ, ਨਾਨਕ ਦਾਸ ਇਹ ਸੁਖ ਮੰਗੈ। ਸਾਧ ਸੰਗਤ ਜੀ, ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਲੋਕੀ ਸੁੱਖ ਮੰਗਦੇ ਨੇ। ਸਾਰਾ ਸੰਸਾਰ ਸੁੱਖਾਂ ਦੇ ਪਿੱਛੇ ਭੱਜਿਆ ਫਿਰਦਾ, ਕੋਈ ਕਿਹੜਾ ਕੰਮ ਕਰਦਾ ਹੈ, ਕੋਈ ਕਿਹੜਾ ਕੰਮ ਕਰਦਾ ਹੈ, ਕੋਈ ਨੇੜੇ ਜਾਂਦਾ ਹੈ, ਕੋਈ ਦੂਰ ਜਾਂਦਾ ਹੈ, ਕੋਈ ਮਜ਼ਦੂਰੀ ਕਰਦਾ, ਕੋਈ ਕਾਰੋਬਾਰ ਕਰਦਾ ਹੈ, ਕੋਈ ਦੇਸ਼ਾਂ ਵਿਦੇਸ਼ਾਂ ਵਿੱਚ ਤੁਰਿਆ ਫਿਰਦਾ ਹੈ। ਉਹਦਾ ਮਤਲਬ ਤਾਂ ਇੱਕੋ ਹੀ ਹੁੰਦਾ ਨਾ, ਵੀ ਸਾਡੇ ਪਰਿਵਾਰ ਨੂੰ ਤੇ ਸਾਨੂੰ ਸੁੱਖ ਮਿਲੇ। ਫਿਰ ਸਾਧ ਸੰਗਤ ਕਈ ਬੰਦੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸਾਰੀਆਂ ਵਸਤੂਆਂ ਪ੍ਰਾਪਤ ਕਰਕੇ ਵੀ ਉਹ ਇਹ ਗੱਲ ਕਹਿੰਦੇ ਨੇ, ਜੀ ਅਜੇ ਮਨ ਖਾਲੀ ਖਾਲੀ ਜਿਹਾ ਪਿਆ, ਪੂਰਾ ਸੁੱਖ ਨਹੀਂ ਮਿਲਿਆ। ਆ ਕੇ ਗੁਰੂ ਦਰਬਾਰ ਦੇ ਵਿੱਚ ਅਰਦਾਸਾਂ ਕੀਤੀਆਂ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਸਾਨੂੰ ਸੁੱਖਾਂ ਦੀ ਦਾਤ ਦਿਓ, ਸਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਹੋਵੇ, ਤੰਦਰੁਸਤੀਆਂ ਦਿਓ, ਚੜ੍ਹਦੀਆਂ ਕਲਾਂ ਬਖਸ਼ੋ। ਪਰ ਅਸਲ ਸੁੱਖ ਕਿਹੜਾ ਹੈ ਸਾਧ ਸੰਗਤ ਜੀ? ਜਾਂ ਤਾਂ ਗੁਰੂ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਜਪ ਲੈਣਾ, ਜਾਂ ਫਿਰ ਉਹਨੂੰ ਜਪਣ ਵਾਲੇ ਜਿਹੜੇ ਉਹਦੇ ਪਿਆਰੇ ਨੇ ਪੂਰਨ ਤੌਰ ਤੇ, ਜਿਨ੍ਹਾਂ ਨੇ ਆਪਣੇ ਆਪ ਨੂੰ ਉਹਦੇ ਵਿੱਚ ਅਭੇਦ ਕਰ ਲਿਆ, ਉਹਨਾਂ ਦੀ ਸੰਗਤ ਵਿੱਚ ਪ੍ਰਵਿਰਤ ਹੋ ਕੇ ਉਹਨਾਂ ਦੀ ਚਰਨ ਧੂੜੀ ਮੱਥੇ ਤੇ ਲਾ ਲੈਣੀ। ਇਸ ਤੋਂ ਵੱਡਾ ਹੋਰ ਕੀ ਸੁੱਖ ਨਹੀਂ ਸੰਸਾਰ ਦੇ ਵਿੱਚ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਨਾਨਕ ਦਾਸ ਇਹ ਸੁਖ ਮੰਗੈ, ਮੋਕਉ ਕਰ ਸੰਤਨ ਕੀ ਧੂਰੇ। ਸੱਚੇ ਪਾਤਸ਼ਾਹ ਜੀ, ਅਸੀਂ ਤਾਂ ਤੇਰੇ ਤੋਂ ਇੱਕੋ ਹੀ ਸੁੱਖ ਮੰਗਦੇ ਹਾਂ, ਜਿਹੜੇ ਤੇਰੇ ਸੰਤ ਨੇ, ਤੈਨੂੰ ਜਪਣ ਵਾਲੇ ਨੇ, ਅਸਲ ਤੌਰ ਤੇ ਜਿਨ੍ਹਾਂ ਨੇ ਤੈਨੂੰ ਅਰਾਧਿਆ ਹੈ, ਧਿਆਇਆ ਹੈ। ਕਿਉਂਕਿ ਸਾਧ ਸੰਗਤ ਜੀ, ਦੁਨੀਆ ਵਿੱਚ ਨਕਲਾਂ ਵੀ ਬਹੁਤ ਨੇ। ਜਿੱਥੇ ਅਸਲੀ ਹੈ ਉੱਥੇ ਨਕਲੀ ਵੀ ਹੈ। ਪਰ ਇੱਥੇ ਗੱਲ ਅਸਲੀ ਦੀ ਕਰਦੇ ਨੇ, ਜਿਨ੍ਹਾਂ ਨੇ ਆਪਾ ਭਾਵ ਮਿਟਾ ਕੇ ਤੈਨੂੰ ਜਪਿਆ ਹੈ, ਤੈਨੂੰ ਪ੍ਰਾਪਤ ਕੀਤਾ ਹੈ। ਸੱਚੇ ਪਾਤਸ਼ਾਹ, ਸਾਨੂੰ ਜੇ ਤਰੁੱਠਾ ਹੈ, ਜੇ ਰਹਿਮਤ ਦੇ ਘਰ ਵਿੱਚ ਆਇਆ ਹੈ, ਜੇ ਮਿਹਰਬਾਨ ਹੋ ਚੁੱਕਿਆ ਹੈ,
ਤਾਂ ਤੇਰੇ ਤੋਂ ਅਸੀਂ ਇਹੀ ਸੁੱਖ ਮੰਗਦੇ ਹਾਂ, ਮੋਕੋ ਕਰ ਸੰਤਨ ਕੀ ਧੂਰੇ, ਸਾਨੂੰ ਐਸੇ ਤੇਰੇ ਪਿਆਰਿਆਂ ਦੀ ਚਰਨ ਧੂੜੀ ਬਖਸ਼ ਦੇ, ਜਿਹਨੂੰ ਪ੍ਰਾਪਤ ਕਰਕੇ, ਜਿਹਨੂੰ ਮੱਥੇ ਤੇ ਲਾ ਕੇ ਪ੍ਰਾਪਤ ਹੋ ਜਾਵੇ, ਅਸੀਂ ਚੁੱਕ ਕੇ ਮੱਥੇ ਤੇ ਨਾਲ ਲਾ ਲਈਏ, ਕਿਉਂਕਿ ਉਹ ਧੂੜੀ ਪਵਿੱਤਰ ਹੈ। ਤੇਰੇ ਜਪਣ ਵਾਲੇ ਵੀ ਪਵਿੱਤਰ ਨੇ ਤੇ ਉਹਨਾਂ ਦੇ ਚਰਨਾਂ ਨੂੰ ਪਰਸਣਾ ਵੀ ਪਵਿੱਤਰ ਹੈ, ਤੇ ਉਹਨਾਂ ਦੀ ਚਰਨਾਂ ਦੀ ਧੂੜ ਮੱਥੇ ਤੇ ਪੈ ਜਾਣੀ ਉਹ ਵੀ ਪਵਿੱਤਰ ਹੈ। ਇਸੇ ਕਰਕੇ ਮਹਾਰਾਜ ਜੀ ਉਹ ਕਹਿੰਦੇ ਨੇ, ਜੇ ਕਿਤੇ ਐਸਾ ਸਮਾਂ ਬਣ ਆਵੇ, ਤੇਰੇ ਪਿਆਰਿਆਂ ਦੀ ਸ਼ੋਭਤ, ਤੇਰੇ ਪਿਆਰਿਆਂ ਦੀ ਸੰਗਤ ਮਿਲ ਜੇ, ਕਿਤੇ ਸਮਾਂ ਬਣ ਆਵੇ ਉਹਨਾਂ ਦੇ ਚਰਨ ਧੂੜੀ ਪਰਸਣ ਦਾ, ਅਸੀਂ ਸਮਾਂ ਨਾ ਲਾਈਏ, ਦੇਰ ਨਾ ਲਾਈਏ, ਉਸੇ ਸਮੇਂ ਚੁੱਕ ਕੇ ਮੱਥੇ ਦੇ ਨਾਲ ਲਾ ਦਈਏ ਧੂੜੀ ਨੂੰ। ਮਹਾਰਾਜ ਜੀ ਉਹ ਬਚਨ ਕਰਦੇ ਨੇ, ਜੀ ਮੈਂ ਚੁੱਕ ਕੇ ਮੱਥੇ ਨਾਲ ਲਾਵਾਂ ਧੂੜੀ ਤੇਰੇ ਪਿਆਰਿਆਂ ਦੀ, ਚੁੱਕ ਕੇ ਮੱਥੇ ਨਾਲ ਲਾਵਾਂ ਧੂੜੀ ਤੇਰੇ ਪਿਆਰਿਆਂ ਦੀ। ਕੇ ਮੱਥੇ ਦੇ ਨਾਲ ਲਾਵਾਂ ਧੂੜੀ ਤੇਰੇ ਪਿਆਰਿਆਂ ਦੀ, ਚੁੱਕ ਕੇ ਮੱਥੇ ਦੇ ਨਾਲ ਲਾਵਾਂ ਉਹ ਧੂੜੀ ਤੇਰੇ ਪਿਆਰਿਆਂ ਦੀ। ਧੂੜੀ ਤੇਰੇ ਜੀ ਪਿਆਰਿਆਂ ਦੀ ਰੱਬਾ, ਧੂੜੀ ਤੇਰੇ ਜੀ ਪਿਆਰਿਆਂ ਦੀ। ਧੂੜੀ ਤੇਰੇ ਜੀ ਪਿਆਰਿਆਂ ਦੀ, ਧੂੜੀ ਤੇਰੇ ਹੋ ਪਿਆਰਿਆਂ ਦੀ। ਧੂੜੀ ਤੇਰੇ ਜੀ ਪਿਆਰਿਆਂ ਦੀ ਰੱਬਾ, ਧੂੜੀ ਤੇਰੇ ਜੀ ਪਿਆਰਿਆਂ ਦੀ। ਜੀ ਮੈਂ ਚੁੱਕ ਕੇ ਮੱਥੇ ਦੇ ਨਾਲ ਲਾਵਾਂ ਧੂੜੀ ਤੇਰੇ ਪਿਆਰਿਆਂ ਦੀ, ਚੁੱਕ
ਕੇ ਮੱਥੇ ਦੇ ਨਾਲ ਲਾ, ਉਹ ਤੂੜੀ ਤੇਰੇ ਪਿਆਰਿਆਂ ਦੀ। ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸਾਧ ਸੰਗਤ ਜੀ, ਆਪਾਂ ਉਹਨਾਂ ਦੀ ਯਾਦ ਮਨਾ ਰਹੇ ਹਾਂ ਜਿਨ੍ਹਾਂ ਨੂੰ ਬੰਦਿਆਂ ਨੇ ਤਾਂ ਯਾਦ ਕਰਨਾ ਹੀ ਸੀ, ਉਹਨਾਂ ਦੇ ਨਾਲ ਨਾ ਪਸ਼ੂਆਂ ਦਾ ਵੀ ਪਿਆਰ ਸੀ। ਇੱਕ ਵਾਰ ਰੇਰੂ ਸਾਹਿਬ ਸੰਤ ਮਹਾਰਾਜ ਜੀ ਰੋਜ਼ ਜਾਇਆ ਕਰਦੇ ਗੋਖੇ ਦੀ ਛਪੜੀ। ਇੱਕ ਨਾ ਜਿਹੜਾ ਸਾਹਨ ਹੁੰਦਾ ਨਾ, ਉਹ ਸੰਤ ਮਹਾਰਾਜ ਦੇ ਨਾਲ ਗਿੱਝ ਗਿਆ। ਜਦੋਂ ਸੰਤ ਮਹਾਰਾਜ ਜੀ ਗੋਖੇ ਦੀ ਛੱਪੜੀ ਨੂੰ ਜਾਇਆ ਕਰਨ, ਪਿੱਛੇ ਪਿੱਛੇ ਤੁਰਿਆ ਜਾਇਆ ਕਰੇ। ਜਦੋਂ ਸੰਤ ਮਹਾਰਾਜ ਜੀ ਫੇਰ ਰੇਰੂ ਸਾਹਿਬ ਗੁਰਦੁਆਰੇ ਨੂੰ ਆਇਆ ਕਰਨ, ਫੇਰ ਪਿੱਛੇ ਪਿੱਛੇ ਆਇਆ ਕਰੇ। ਜਦੋਂ ਸੰਤ ਮਹਾਰਾਜ ਜੀ ਪ੍ਰਸ਼ਾਦਾ ਛਕਿਆ ਕਰਨ, ਥੋੜਾ ਜਿਹਾ ਪਿੱਛੇ ਹੋ ਕੇ ਕੋਲੇ ਬਹਿ ਜਾਇਆ ਕਰੇ। ਸੰਤ ਮਹਾਰਾਜ ਨੇ ਉਹਦੇ ਲਈ ਵੀ ਪ੍ਰਸ਼ਾਦੇ ਰਖਾ ਲੈਣੇ। ਆਪ ਮਹਾਰਾਜ ਨੇ ਪ੍ਰਸ਼ਾਦਾ ਛਕਣਾ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਫਿਰ ਬਾਅਦ ਵਿੱਚ ਉਹਨੂੰ ਉਹਦੇ ਮੂੰਹ ਵਿੱਚ ਵੀ ਪ੍ਰਸ਼ਾਦੇ ਪਾ ਦਿਆ ਕਰਦੇ ਸੀ। ਬਹੁਤ ਟਾਈਮ ਇਦਾਂ ਹੀ ਚੱਲਦਾ ਰਿਹਾ। ਉਹ ਜਿਹੜਾ ਸਾਂਝ ਸੀ, ਸੰਤ ਮਹਾਰਾਜ ਦੇ ਪਿੱਛੇ ਪਿੱਛੇ ਤੁਰਿਆ ਜਾਂਦਾ। ਕਦੇ ਪੱਕੇ ਭੋਰੇ ਜਾਣਾ, ਕਦੇ ਗੁੱਖੇ ਛੱਪੜੀ ਤੇ ਆਉਣਾ, ਕਦੇ ਰੇਰੂ ਸਾਹਿਬ ਜਾਣਾ। ਉਹਨਾਂ ਰਸਤਿਆਂ ਦੇ ਵਿੱਚ ਹੀ ਰਹਿੰਦਾ ਸੀ। ਜਦੋਂ ਸੰਤ ਮਹਾਰਾਜ ਨਿਗਾਹ ਪੈ ਜਾਂਦੇ, ਪਰ ਉਹ ਮਹਾਰਾਜ ਵੱਲ ਚੱਲ ਕੇ ਆ ਜਾਂਦਾ ਸੀ, ਪਿੱਛੇ ਪਿੱਛੇ ਹੌਲੀ ਹੌਲੀ ਤੁਰਿਆ ਜਾਂਦਾ ਸੀ। ਇੱਕ ਵਾਰੀ ਸੇਵਾਦਾਰਾਂ ਨੇ ਪੁੱਛਿਆ, ਮਹਾਰਾਜ ਜੀ ਤੁਹਾਡਾ ਇਹ ਸਾਂਝ ਦੇ ਨਾਲ ਬੜਾ ਪ੍ਰੇਮ ਹੈ, ਕੀ ਗੱਲ ਹੈ? ਸਾਨੂੰ ਦੱਸੋ ਤਾਂ ਸਹੀ, ਇਹ ਹੈ ਕੌਣ? ਸੰਤ ਮਹਾਰਾਜ ਨੇ ਸਾਧ ਸੰਗਤ ਜੀ ਪਹਿਲਾਂ ਤਾਂ ਟਾਲੀ ਗੱਲ। ਕਹਿੰਦੇ ਕੋਈ ਗੱਲ ਨਹੀਂ ਭਾਈ, ਪਸ਼ੂ ਹੈ, ਜੇ ਤੁਸੀਂ ਪ੍ਰਸ਼ਾਦਾ ਪਾਓਗੇ ਤੁਹਾਡਾ ਪ੍ਰੇਮ ਕਰੇਗਾ। ਫਿਰ ਮਹਾਰਾਜ ਨੂੰ ਫਿਰ ਬੇਨਤੀ ਕੀਤੀ। ਸੰਤ ਮਹਾਰਾਜ ਕਹਿਣ ਲੱਗੇ, ਭਾਈ ਇਹ ਉਹ ਦਰਗਾਹ ਦੇ ਵਿੱਚ ਨਾ ਰਾਗੀ ਸਿੰਘ ਸੀ, ਜਿਹੜੀ ਇੰਦਰ ਦੇਵਤਿਆਂ ਦੀ, ਜਿਹੜੀ ਇੰਦਰ 33 ਕਰੋੜ ਦੇਵੀ ਦੇਵਤਾ ਹੈ ਨਾ, ਉਹਨਾਂ ਦੀ ਸਭਾ ਦੇ ਵਿੱਚ ਰਾਗ ਗਾਇਨ ਕਰਿਆ ਕਰਦਾ ਸੀ। ਇਹਦੇ ਮਨ ਵਿੱਚ ਹੋ ਗਿਆ ਮਾਣ। ਹੁਣ ਸਾਧ ਸੰਗਤ ਜੀ, ਜਿਹੜਾ ਮਾਣ ਹੈ, ਹੰਕਾਰ ਹੈ, ਉਹ ਕਿਸੇ ਵੀ ਚੀਜ਼ ਦਾ ਬਹੁਤ ਬੁਰਾ ਹੈ। ਮਾਣ ਤਾਂ ਹੋਣਾ ਹੀ ਨਹੀਂ ਚਾਹੀਦਾ ਕਿਸੇ ਵੀ ਗੱਲ ਦਾ। ਚਾਹੇ ਕੋਈ ਬਹੁਤੀ ਧਨ ਪਦਾਰਥ ਮਾਇਆ ਆ ਜਾਵੇ, ਚਾਹੇ ਜ਼ਮੀਨ ਜਾਇਦਾਦਾਂ ਵਾਲੇ ਹੋ ਜਾਈਏ, ਚਾਹੇ ਆਪਾਂ ਉੱਚੀਆਂ ਪਦਵੀਆਂ ਤੇ ਪਹੁੰਚ ਜਾਈਏ, ਚਾਹੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਬਹੁਤੀ ਵਿੱਦਿਆ, ਬਹੁਤੇ ਗੁਣਾਂ ਦੇ ਧਾਰਨੀ ਹੋ ਜਾਈਏ, ਮਾਣ ਤਾਂ ਕਿਸੇ ਵੀ ਚੀਜ਼ ਦਾ ਬਹੁਤ ਬੁਰਾ ਹੈ। ਕਿਸੇ ਵੀ ਗੱਲ ਦਾ ਮਾਣ ਤਾਂ ਹੋਣਾ ਹੀ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਹਨ, ਮਾਣ ਮੁਨੀ ਮੁਨ ਵਰਗਲੇ, ਮਾਣ ਸਭੈ ਕੋ ਖਾਏ। ਅੰਦਰੋਂ ਅੰਦਰੀ ਖਾ ਜਾਂਦਾ ਹੈ ਹੰਕਾਰ, ਮਾਣ, ਭਾਵੇਂ ਕਿਸੇ ਵੀ ਗੱਲ ਦਾ ਹੋਵੇ। ਕਈ ਵਾਰ ਮਨੁੱਖ ਦੇ ਮਨ ਵਿੱਚ ਆ ਜਾਂਦਾ ਹੈ, ਮੈਨੂੰ ਬੜੀ ਤੰਦਰੁਸਤੀ ਮਿਲੀ ਹੈ, ਮੇਰਾ ਬੜਾ ਸਰੀਰ ਚੰਗਾ ਹੈ। ਪੰਜਵੇਂ ਪਾਤਸ਼ਾਹ ਕਹਿੰਦੇ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ। ਭਾਈ ਇਹ ਕਿਹਦੀ ਕਿਰਪਾ ਨਾਲ ਮਿਲਿਆ ਹੈ ਤੈਨੂੰ? ਪੰਜਵੇਂ ਪਾਤਸ਼ਾਹ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਕਹਿੰਦੇ, ਜਿਹਦੀ ਕਿਰਪਾ ਨਾਲ ਤੇਰਾ ਆਹ ਸੁੰਦਰ ਸਰੀਰ ਆ ਨਾ। ਕਈ ਵਾਰ ਮਾਣ ਹੁੰਦਾ ਹੈ, ਜੀ ਸਾਡਾ ਤਾਂ ਸਰੀਰ ਬਹੁਤ ਸੁੰਦਰ ਹੈ, ਸਾਡੀ ਕਾਇਆ ਕਲਪ ਹੈ। ਮਹਾਰਾਜ ਕਹਿੰਦੇ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਐਸੇ ਅਨੂਪਮ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਉਹਦਾ ਸ਼ੁਕਰ ਕਰਿਆ ਕਰ, ਜਿਹਨੇ ਤੈਨੂੰ ਅਦੇਹੀ ਬਖਸ਼ਿਸ਼ ਕੀਤੀ ਹੈ। ਮਾਣ ਨਾ ਕਰਿਆ ਕਰ ਕਿਸੇ ਵੀ ਗੱਲ ਦਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ।
ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨਸੀ ਖੋਵੈ, ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਸਾਰੇ ਕੰਮ ਹਉਮੈ ਦੇ ਵਿੱਚ ਹੀ। ਪਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਇਹ ਜਿਹੜਾ ਰੋਗ ਹੈ ਨਾ ਹਉਮੈ ਦਾ, ਹੈ ਬਹੁਤ ਬੁਰਾ। ਐਸੀ ਦੁਆ ਕਰੋ ਵੀ ਸਾਨੂੰ ਤਾਂ ਕੀ ਸਾਡੇ ਦੁਸ਼ਮਣ ਨੂੰ ਵੀ ਇਹ ਰੋਗ ਨਾ ਲੱਗੇ ਹਉਮੈ ਵਾਲਾ। ਇਉਂ ਮਹਾਰਾਜ ਜੀ ਕਹਿੰਦੇ ਹਨ, ਪਿਆਰੇ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਹੈ ਬੁਰਾ। ਪਿਆਰੇ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਹੈ ਬੁਰਾ। ਲੱਗ ਨਾ ਕਿਸੇ ਨੂੰ ਪਾਈ ਜਾਵੇ, ਹਉਮੈ ਵਾਲਾ ਰੋਗ ਹੈ ਬੁਰਾ। ਪਿਆਰੇ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਹੈ ਬੁਰਾ। ਹਉਮੈ ਵਾਲਾ ਜੀ ਰੋਗ ਹੈ ਬੁਰਾ, ਹਉਮੈ ਵਾਲਾ ਜੀ ਰੋਗ ਹੈ ਬੁਰਾ। ਹਉਮੈ ਵਾਲਾ ਜੀ ਰੋਗ ਹੈ ਬੁਰਾ, ਹਉਮੈ ਵਾਲਾ ਜੀ ਸੰਗ ਤੇ ਰੋਗ ਹੈ ਬੁਰਾ। ਪਿਆਰੇ ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਹੈ ਬੁਰਾ। ਲੱਗ ਨਾ ਕਿਸੇ ਨੂੰ ਜਾਵੇ, ਹਉਮੈ ਵਾਲਾ ਰੋਗ ਹੈ ਬੁਰਾ। ਕਿਉਂ ਬੁਰਾ ਹੈ ਰੋਗ ਸਾਧ ਸੰਗਤ ਜੀ? ਕਿਉਂਕਿ ਮਹਾਰਾਜ ਕਹਿੰਦੇ ਇਹਦੇ ਕਰਕੇ ਤੇਰਾ ਜਨਮ ਮਰਨ ਦਾ ਜਿਹੜਾ ਗੇੜਾ ਕਦੇ ਖਤਮ ਨਹੀਂ ਹੋਣਾ। ਜਦੋਂ ਤੱਕ ਤੇਰੇ ਅੰਦਰ ਹਉਮੈ ਹੈ ਉਦੋਂ ਤੱਕ ਇਹ ਗੇੜ ਬਣਿਆ ਰਹੇਗਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੋਆ। ਫਿਰ ਇਹ ਗੇੜ ਸਾਧ ਸੰਗਤ ਜੀ ਬਣਿਆ ਹੀ ਰਹਿੰਦਾ। ਮਹਾਰਾਜ ਕਹਿੰਦੇ ਫਿਰ ਕਦੇ ਜੰਮ ਪਿਆ ਕਦੇ ਮਰ ਗਿਆ, ਫੇਰ ਜੰਮ ਪਿਆ ਫੇਰ ਮਰ ਗਿਆ, ਕਦੇ ਮੁਕਤੀ ਨਹੀਂ ਹੋਵੇਗੀ। ਫਿਰ
ਵੀ ਭਾਵੇਂ ਕਿਸੇ ਵੀ ਚੀਜ਼ ਦਾ ਹੋਵੇ, ਕਿਉਂਕਿ ਰਹਿਣ ਵਾਲੀ ਕੋਈ ਚੀਜ਼ ਹੁੰਦੀ ਹੀ ਨਹੀਂ ਸਾਧ ਸੰਗਤ ਜੀ। ਨੌਵੇਂ ਪਾਤਸ਼ਾਹ ਤੋਂ ਪੁੱਛਿਆ, ਮਹਾਰਾਜ ਜੀ ਜੇ ਤੁਸੀਂ ਕਹਿੰਦੇ ਹੋ ਵੀ ਕੋਈ ਵੀ ਚੀਜ਼ ਰਹਿਣ ਵਾਲੀ ਹੈ ਨਹੀਂ, ਕੌਣ ਹੈ ਸੰਸਾਰ ਤੇ ਜਿਹੜਾ ਰਹਿੰਦਾ ਹੈ? ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਜਾਂ ਤਾਂ ਪਰਮੇਸ਼ਰ ਦਾ ਨਾਮ ਹੈ। ਜਦੋਂ ਆ ਦੁਨੀਆ ਬਣੀ ਨਾ ਸੀ ਨਾ, ਸਾਧ ਸੰਗਤ ਉਤਪਤੀ ਨਹੀਂ ਸੀ ਹੋਈ, ਪਰਮੇਸ਼ਰ ਉਦੋਂ ਵੀ ਮੌਜੂਦ ਸੀ। ਹੁਣ ਦੁਨੀਆ ਹੈ, ਪਰਮੇਸ਼ਰ ਹੁਣ ਵੀ ਹੈ। ਜਦੋਂ ਆ ਸੰਸਾਰ ਦੀ ਉਤਪਤੀ ਨਹੀਂ ਹੋਵੇਗੀ ਨਾ, ਪਰਮੇਸ਼ਰ ਆਪਣੇ ਇੱਕ ਫੁਰਨੇ ਦੁਆਰਾ ਸਭ ਕੁਝ ਮਿਟਾ ਦੇਵੇਗਾ, ਪਰਮੇਸ਼ਰ ਉਦੋਂ ਵੀ ਮੌਜੂਦ ਰਹੇਗਾ। ਇਸ ਕਰਕੇ ਮਹਾਰਾਜ ਕਹਿੰਦੇ ਜਾਂ ਤਾਂ ਉਹ ਨਾਮ ਵਾਹਿਗੁਰੂ ਅਕਾਲ ਪੁਰਖ ਹੈ, ਜਾਂ ਫਿਰ ਉਹਨੂੰ ਜਪਣ ਵਾਲੇ ਸਦਾ ਵਾਸਤੇ ਗਿਆਨ ਰੂਪ ਹੋ ਕੇ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਗੱਲ ਤਾਂ ਇਹ ਹੈ ਵੀ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਕਿਹਨਾਂ ਨੇ ਜਪਿਆ ਹੈ? ਫਿਰ ਸਾਧ ਸੰਗਤ ਜੀ ਇਹ ਹਉਮੈ ਮੁਕਤੀ ਹੋਣ ਨਹੀਂ ਦਿੰਦਾ। ਫਿਰ ਇਹ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਪਿਆ ਰਹਿੰਦਾ ਹੈ। ਜਮਦਾ ਤੇ ਮਰਦਾ ਹੈ ਹਉਮੈ ਦਾ ਬੱਧਿਆ ਹੋਇਆ, ਜਮਦਾ ਤੇ ਮਰਦਾ ਹੈ ਹਉਮੈ ਦਾ ਬੱਧਿਆ ਹੋਇਆ। ਜਮਦਾ ਤੇ ਮਰਦਾ ਹੈ, ਜਮਦਾ ਤੇ ਮਰਦਾ ਹੈ ਹਉਮੈ ਦਾ ਬੱਧਿਆ ਹੋਇਆ, ਜਮਦਾ ਤੇ ਮਰਦਾ ਹੈ ਹਉਮੈ ਦਾ ਬੱਧਿਆ ਹੋਇਆ। ਹਉਮੈ ਦਾ ਬੱਧਿਆ ਹੋਇਆ, ਹਉਮੈ ਦਾ ਬੱਧਿਆ ਹੋਇਆ, ਹਉਮੈ ਦਾ ਬੱਧਿਆ ਹੋਇਆ, ਹਉਮੈ ਦਾ ਬੱਧਿਆ ਹੋਇਆ। ਜਮਦਾ ਤੇ ਮਰਦਾ ਹੈ ਹਉਮੈ ਦਾ ਬੱਧਿਆ ਹੋਇਆ, ਜਮਦਾ ਤੇ ਮਰਦਾ ਹੈ ਹਉਮੈ ਦਾ ਬੱਧਿਆ ਹੋਇਆ। ਇਹੀ ਹਉਮੈ ਸਾਧ ਸੰਗਤ ਜੀ ਜਨਮ ਮਰਨ ਦੇ ਚੱਕਰਾਂ ਵਿੱਚ ਪਾਈ ਰੱਖਦੀ ਹੈ। ਸੰਤ ਮਹਾਰਾਜ ਨੂੰ ਸੇਵਕਾਂ ਨੇ ਪੁੱਛਿਆ, ਮਹਾਰਾਜ ਜੀ ਇਹ ਕੌਣ ਹੈ ਜਿਹੜਾ ਤੁਹਾਡੇ ਪਿੱਛੇ ਪਿੱਛੇ ਫਿਰਦਾ ਰਹਿੰਦਾ ਏ, ਜਿਹੜਾ ਸਾਨ ਹੈ, ਬਲਦ ਹੈ? ਮਹਾਰਾਜ ਜੀ ਕਹਿੰਦੇ ਵੀ ਇਹ ਹੁੰਦਾ ਸੀ ਦਰਗਾਹ ਦੇ ਵਿੱਚ ਰਾਗੀ, ਰਾਗ ਪੜ੍ਹ ਕੇ ਸੁਣਾਇਆ ਕਰਦਾ ਸੀ। ਕਹਿੰਦੇ ਇਹਨੂੰ ਹੋ ਗਿਆ ਮਾਣ, ਉਹਨਾਂ ਦੇਵਤਿਆਂ ਨੂੰ ਕਹਿਣ ਲੱਗਿਆ ਮੈਂ ਤੁਹਾਨੂੰ ਰਾਗ ਸੁਣਾਉਣਾ, ਜੇ ਮੈਂ ਨਾ ਸੁਣਾਵਾਂ ਤਾਂ ਹੋਰ ਕੋਈ ਕੌਣ ਤੁਹਾਨੂੰ ਇੰਨੇ ਰਾਗ ਸੁਣਾਵੇਗਾ। ਕਈ ਵਾਰ ਮਨੁੱਖ ਕਹਿੰਦਾ ਹੈ ਨਾ ਜੇ ਮੈਂ ਨਾ ਕਰਾਂ ਕੰਮ ਕੌਣ ਕਰ ਲੂ। ਮਾਣ ਹੀ ਹੁੰਦਾ ਸਾਧ ਸੰਗਤ ਜੀ ਉਹ। ਪਰ ਸਾਧ ਸੰਗਤ ਜੀ ਕਰਨ ਵਾਲੇ ਬਥੇਰੇ ਹੁੰਦੇ ਨੇ। ਮਹਾਰਾਜ ਦੱਸਣ ਲੱਗੇ ਸੇਵਾਦਾਰ ਨੂੰ, ਕਹਿੰਦੇ ਵੀ ਇਹਦੇ ਮਨ ਵਿੱਚ ਆ ਗਿਆ ਵੀ ਮੈਂ ਰਾਗ ਸੁਣਾਉਣਾ, ਤੁਸੀਂ ਮੇਰਾ ਸਤਿਕਾਰ ਨਹੀਂ ਕਰਦੇ। ਉਹਨਾਂ ਦੇ ਜਿਹੜੇ ਵਿੱਚੋਂ ਨਾ ਇੱਕ ਬ੍ਰਿਹਸਪਤ ਜਿਹੜਾ ਦੇਵਤਾ ਸੀ, ਉਹ ਕਹਿਣ ਲੱਗਿਆ ਜੀ ਤਾਂ ਹੁਣ ਬੈਲ ਬੁੱਧੀ ਹੋ ਗਈ, ਜਿਹੜਾ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ। ਸਿਆਣੇ ਬਜ਼ੁਰਗ ਨੂੰ ਕਹਿੰਦੇ ਨੇ ਵੀ ਇਹਦੀ ਬੈਲ ਬੁੱਧੀ ਹੋ ਗਈ, ਡੰਗਰਾਂ ਵਾਲੀ ਮੱਤ ਹੋ ਗਈ ਇਹਦੀ, ਇਹਨੂੰ ਚੰਗੇ ਮਾੜੇ ਦੀ ਸਮਝ ਹੀ ਨਹੀਂ ਰਹੀ।
ਇਹਨੂੰ ਛੋਟੇ ਵੱਡੇ ਦਾ ਖਿਆਲ ਹੀ ਨਹੀਂ ਹੈ, ਇਹਨੂੰ ਮਾਣ ਹੋ ਗਿਆ ਆਪਣੇ ਗੁਣ ਤੇ। ਕਹਿੰਦੇ ਜਾ ਜਾ ਕੇ ਬੈਲ ਬਣ ਜਾ। ਕਹਿੰਦੇ ਉਦੋਂ ਦਾ ਬੈਲ ਬਣਿਆ ਹੋਇਆ ਹੈ। ਹੁਣ ਇਹਦੀ ਨਿਗਾਹ ਅਸੀਂ ਪੈ ਗਏ, ਸਾਡੇ ਪਿੱਛੇ ਪਿੱਛੇ ਫਿਰਦਾ ਹੈ, ਪ੍ਰਸ਼ਾਦਾ ਛਕਦਾ ਹੈ ਸੰਤਾਂ ਦੇ ਹੱਥੋਂ। ਸੰਤ ਮਹਾਰਾਜ ਨੇ ਫਿਰ ਨਾਲ ਇਹ ਵੀ ਬਚਨ ਕੀਤਾ, ਕਹਿੰਦੇ ਹੁਣ ਇਹਦਾ ਭਲਾ ਵੀ ਹੋ ਜਾਊਗਾ ਜ਼ਰੂਰ। ਦੇਖੋ ਸਾਧ ਸੰਗਤ ਜੀ, ਦੁਨੀਆ ਦੇ ਲੋਕਾਂ ਨੂੰ ਤਾਂ ਉਹਨਾਂ ਨੇ ਤਾਰਿਆ ਹੀ ਤਾਰਿਆ। ਉੱਥੇ ਸਾਧ ਸੰਗਤ ਜੀ, ਜਿਸ ਤਰ੍ਹਾਂ ਮਹਾਰਾਜ ਕਹਿੰਦੇ ਆ ਨਾ, ਸਤਿਗੁਰਾਂ ਦੀ ਜਿਹੜੀ ਪਵਿੱਤਰ ਬਾਣੀ ਹੈ ਇਹਨੂੰ ਪੜ੍ਹ ਲਓ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਇਹ ਤਾਂ ਸਾਧ ਸੰਗਤ ਜੀ ਜਿਨ੍ਹਾਂ ਦੀਆਂ ਪਸ਼ੂਆਂ ਵਰਗੀਆਂ ਬਿਰਤੀਆਂ ਹੋ ਚੁੱਕੀਆਂ ਨੇ, ਪ੍ਰੇਤਾਂ ਵਰਗੇ ਲੋਕ ਬਣੇ ਫਿਰਦੇ ਨੇ। ਭਰਾ ਮਾਰੂ ਹੋ ਗਈ ਹੈ ਸਾਰੀ ਜੰਗ ਦੁਨੀਆ ਦੇ ਵਿੱਚ, ਜ਼ਮੀਨ ਜਾਇਦਾਦਾਂ ਦੇ ਪਿੱਛੇ, ਜਾਂ ਫਿਰ ਮਾਇਆ ਦੇ ਪਿੱਛੇ, ਜਾਂ ਫਿਰ ਜਰ ਜੋਰੂ ਜ਼ਮੀਨ ਦੇ ਪਿੱਛੇ। ਕੋਈ ਰਿਸ਼ਤਾ ਨਹੀਂ ਦੇਖਿਆ ਜਾਂਦਾ ਸਾਧ ਸੰਗਤ। ਫਿਰ ਮਹਾਰਾਜ ਜੀ ਕਹਿੰਦੇ ਹਨ, ਐਸੇ ਜਿਹੜੇ ਪ੍ਰੇਤ ਲੋਕ ਨੇ, ਫਿਰ ਉਹ ਸਾਧ ਸੰਗਤ ਜੀ, ਉਹ ਲੋਕ ਵੀ, ਔਰ ਜਿਨ੍ਹਾਂ ਨੂੰ ਪ੍ਰੇਤ ਦੇਹਾਂ ਮਿਲੀਆਂ ਹੋਈਆਂ ਨੇ ਉਹ ਵੀ, ਜਿਹੜੇ ਪ੍ਰੇਤ ਜੂਨੀਆਂ ਦੇ ਵਿੱਚ, ਮਹਾਰਾਜ ਕਹਿੰਦੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਇਹ ਸਾਰੀਆਂ ਜੂਨੀਆਂ ਨੇ। ਫਿਰ ਨਹੀਂ 83,99,999 ਜੂਨਾਂ ਕਿਵੇਂ ਪੂਰੀਆਂ ਹੋਣ ਜੇ ਜੂਨਾਂ ਨਾ ਹੋਣ। ਸਭ ਤੋਂ ਸਰਦਾਰ ਦੇਹੀ ਹੈ ਮਨੁੱਖਾ ਦੇਹੀ। 84 ਲੱਖ ਜੋਨ ਉਪਾਈ, ਮਾਨਸ ਕਉ ਪ੍ਰਭ ਦੀ ਵਡਿਆਈ। 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ। ਸੋ ਇਸ ਕਰਕੇ ਸਾਧ ਸੰਗਤ ਜੀ, ਜਿਨ੍ਹਾਂ ਨੇ ਬਾਣੀ ਪੜ੍ਹੀ ਜਾਂ ਪੜ੍ਹ ਕੇ ਆਪਣੇ ਜੀਵਨ ਨੂੰ ਆਨੰਦਿਤ ਕੀਤਾ, ਸਰਸ਼ਾਰ ਹੋ ਗਏ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ, ਫਿਰ ਉਹਨਾਂ ਦੀ ਸੰਗਤ ਵਿੱਚ ਆ ਕੇ ਇਹੋ ਜਿਹੇ ਪਸ਼ੂ ਵੀ ਤਰ ਜਾਂਦੇ ਨੇ। ਫਿਰ ਉਹ ਤਾਰਨ ਦੇ ਸਮਰੱਥ ਹੋ ਜਾਂਦੇ ਨੇ ਸਾਧ ਸੰਗਤ ਜੀ, ਜਿਨ੍ਹਾਂ ਦਾ ਗੁਰੂ ਸਮਰੱਥ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਜਿਨ੍ਹਾਂ ਦੇ ਸਿਰ ਤੇ ਸਮਰੱਥ ਗੁਰੂ ਹੈ, ਫਿਰ ਉਹ ਤਾਰਨ ਦੇ ਯੋਗ ਬਣ ਜਾਂਦੇ ਨੇ ਸਾਧ ਸੰਗਤ ਜੀ। ਦੇਖੋ ਯਾਦ ਉਹਨਾਂ ਦੀ ਹੈ, ਪੜ੍ਹ ਰਹੇ ਹਾਂ ਆਪਾਂ ਮਹਾਰਾਜ ਦੀ ਬਾਣੀ। ਉਹ ਸਰੀਰ ਕਰਕੇ ਤਾਂ ਹੈ ਨਹੀਂ ਸਾਧ ਸੰਗਤ ਜੀ, ਆਤਮਾ ਕਰਕੇ ਮੌਜੂਦ ਨੇ ਨਾ, ਪਰ ਆਪਾਂ ਉਹਨਾਂ ਦੀ ਯਾਦ ਮਨਾ ਕੇ ਮਹਾਰਾਜ ਦੀ ਬਾਣੀ ਦੇ ਕੀਰਤਨ ਨਾਲ ਜੁੜੇ ਹੋਏ ਬੈਠੇ ਹਾਂ। ਆਪਣਾ ਵੀ ਤਾਂ ਹੁਣ ਭਲਾ ਹੀ ਹੋ ਰਿਹਾ ਨਾ ਸਾਧ ਸੰਗਤ, ਆਪਣਾ ਵੀ ਸਮਾਂ ਸਫਲਾ ਹੀ ਹੋ ਰਿਹਾ ਨਾ ਹੁਣ, ਜਿੰਨਾ ਕੁ ਟਾਈਮ ਆਪਾਂ ਬੈਠਣਾ ਹੈ। ਇਸ ਕਰਕੇ ਜਿਹੜੇ ਜੁੜੇ ਹੋਏ ਨੇ ਸਾਧ ਸੰਗਤ ਜੀ, ਆਪਣੇ ਸਰੀਰ ਦੇ ਹੁੰਦਿਆਂ ਤਾਂ ਭਲਾ ਕਰਦੇ ਹੀ ਕਰਦੇ ਨੇ। ਸਰੀਰ ਨਾ ਵੀ ਹੋਵੇ ਸਾਧ ਸੰਗਤ ਜੀ, ਤਾਂ ਵੀ ਉਹਨਾਂ ਦੀਆਂ ਯਾਦਾਂ ਵਿੱਚ ਜਿਹੜੇ ਜੁੜ ਕੇ ਬਹਿੰਦੇ ਨੇ, ਉਹਨਾਂ ਦਾ ਭਲਾ ਹੋ ਜਾਂਦਾ ਹੈ। ਕਿਉਂਕਿ ਮਹਾਰਾਜ ਦੀ ਬਾਣੀ ਨੇ ਤਾਂ ਤਾਰਨਾ ਹੀ ਤਾਰਨਾ ਹੈ। ਜਿਹੜਾ ਮੀਂਹ ਹੁੰਦਾ ਨਾ ਸਾਧ ਸੰਗਤ ਜੀ, ਉਹ ਕੋਈ ਉੱਚੀ ਨੀਵੀਂ ਜਗ੍ਹਾ ਨਹੀਂ ਦੇਖਦਾ ਹੁੰਦਾ, ਜਾਂ ਸਾਫ਼ ਸੁਥਰੀ ਹੈ ਜਾਂ ਕਿਹੋ ਜਿਹੀ ਹੈ। ਉਹ ਇੱਕ ਬਰਾਬਰ ਹੀ ਪੈਂਦਾ, ਫਿਰ ਸਾਰਿਆਂ ਨੂੰ, ਸਾਧ ਸੰਗਤ ਸਾਰੀ ਜਗ੍ਹਾ ਨੂੰ ਉਹ ਤਰੋ ਤਾਜ਼ਾ ਕਰ ਦਿੰਦਾ ਹੈ ਜਿਹੜਾ ਮੀਂਹ ਹੈ। ਇਸੇ ਤਰ੍ਹਾਂ ਮਹਾਂਪੁਰਖਾਂ ਦੀ ਕਿਰਪਾ, ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ, ਇਹ ਨਿੱਕੀ ਨਿੱਕੀ ਕਣੀ ਦਾ ਸਾਧ ਸੰਗਤ ਜੀ ਮੀਂਹ ਹੈ। ਕਿ ਜਿੱਥੇ ਸਾਧ ਸੰਗਤ, ਜਿਹੜੇ ਬੱਜਰ ਹੋਏ ਹੋਏ ਮਨ ਦੇ ਉੱਪਰ ਇਹ ਬਾਣੀ ਅਸਰ ਕਰਦੀ ਹੈ, ਮੀਂਹ ਪੈਂਦਾ ਹੈ, ਉਹ ਤਰੋ ਤਾਜ਼ਾ ਹਰਿਆ ਭਰਿਆ ਹੋ ਜਾਂਦਾ ਹੈ। ਯਾਦ ਮਹਾਂਪੁਰਖਾਂ ਦੀ ਹੈ, ਕਿਉਂਕਿ ਉਹਨਾਂ ਨੇ ਆਪ ਜਪਿਆ। ਜਿਨ੍ਹਾਂ ਨੇ ਆਪ ਜਪਿਆ, ਫਿਰ ਸਾਧ ਸੰਗਤ ਜੀ ਉਹ ਦੂਸਰਿਆਂ ਨੂੰ ਵੀ ਜਪਾ ਕੇ ਜਾਂਦੇ ਨੇ ਔਰ ਤਾਰਨ ਦੇ ਸਮਰੱਥ ਹੋ ਜਾਂਦੇ ਨੇ। ਸੰਤ ਮਹਾਰਾਜ ਦਾ ਪਿੰਡ ਲੋਪੋਂ ਸੀ ਸਾਧ ਸੰਗਤ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦਾ। ਜਦੋਂ ਰੇਰੂ ਸਾਹਿਬ ਗੁਰਦੁਆਰਾ ਸਾਹਿਬ ਮਹਾਰਾਜ ਜੀ ਸੇਵਾ ਕਰਵਾ ਰਹੇ ਸੀ, ਲੋਪੋਂ ਦੇ ਦੋ ਪ੍ਰੇਮੀ ਸੀ, ਉਹਨਾਂ ਦਾ ਕੇਸ ਚੱਲਦਾ ਸੀ ਸਮਾਣੇ। ਸਾਹਨੇਵਾਲ ਤੋਂ ਰੇਲ ਗੱਡੀ ਚੜ੍ਹ ਕੇ ਜਾਇਆ ਕਰਦੇ ਸੀ, ਉਹ ਸਾਹਨੇਵਾਲ ਨੂੰ ਪੈਦਲ ਤੁਰ ਕੇ ਜਾਇਆ ਕਰਦੇ ਸੀ ਉਹਨਾਂ ਟਾਈਮਾਂ 'ਚ। ਉਹ ਰੇਰੂ ਸਾਹਿਬ ਗੁਰਦੁਆਰੇ ਦੇ ਅੱਗੇ ਦੀ ਲੰਘਣਾ ਪੈਂਦਾ ਸੀ, ਜਿਹੜਾ ਦਰਾਹੇ ਕੋਲ ਹੈ ਨਾ ਰੇਰੂ ਸਾਹਿਬ ਗੁਰਦੁਆਰਾ, ਉਹਦੇ ਅੱਗੇ ਦੀ ਲੰਘ ਕੇ ਜਾਂਦੇ। ਹੁਣ ਕਈ ਵਾਰ ਸਾਧ ਸੰਗਤ ਜੀ, ਜਿਸ ਤਰ੍ਹਾਂ ਸਿਆਣੇ ਕਹਿੰਦੇ ਹੁੰਦੇ ਆ ਨਾ, ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ। ਹੁਣ ਜੇ ਘਰ ਵਿੱਚ ਕੋਈ ਨਾਮ ਜਪਣ ਵਾਲੀ ਰੂਹ ਹੋਵੇ ਨਾ, ਆਪਾਂ ਨੂੰ ਬਾਹਲੀ ਸ਼ਰਧਾ ਨਹੀਂ ਹੁੰਦੀ ਉਹਦੇ ਤੇ, ਆਪਾਂ ਸਮਝਦੇ ਹਾਂ ਜੀ ਇਹ ਤਾਂ ਸਾਡਾ ਹੀ ਕਾਕਾ ਹੈ, ਇਹਦਾ ਕਿਹੜਾ ਕੋਈ ਬਹੁਤਾ ਕੋਈ ਸੰਤ ਮਹਾਂਪੁਰਖ ਹੈ। ਇਸੇ ਤਰ੍ਹਾਂ ਸਾਧ ਸੰਗਤ ਸੰਤ ਮਹਾਰਾਜ ਦੇ ਪਿੰਡ ਦੇ ਬੰਦੇ ਸੀ। ਉਹ ਕਹਿੰਦੇ ਸੁਣਿਆ ਤਾਂ ਹੈ ਵੀ ਇੱਥੇ ਸਾਡੇ ਪਿੰਡ ਦਾ ਬਾਬਾ ਰਹਿੰਦਾ ਇੱਕ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ। ਉਹ ਕੇਸ ਤੇ ਜਦੋਂ ਜਾਇਆ ਕਰਦੇ ਸੀ ਨਾ, ਜਿੱਦਣ ਉਹਨਾਂ ਦੀ ਤਰੀਕ ਸੀ, 10-12 ਸਾਲ ਹੋ ਗਏ ਸੀ ਕੇਸ ਚੱਲਦੇ ਨੂੰ। ਉਹ ਰੇਰੂ ਸਾਹਿਬ ਗੁਰਦੁਆਰੇ ਦੇ ਅੱਗੇ ਦੀ ਲੰਘਣ ਲੱਗੇ
ਆਪਸ ਵਿੱਚ ਹੀ ਦੋਨੇ ਗੱਲਾਂ ਕਰਦੇ ਜਾਂਦੇ ਨੇ। ਕਹਿੰਦੇ ਵੀ ਇੱਥੇ ਵੀ ਆਪਣੇ ਪਿੰਡ ਦਾ ਇੱਕ ਬਾਬਾ ਰਹਿੰਦਾ ਬਜ਼ੁਰਗ। ਹੁਣ ਜਿਹੜਾ ਪਿੰਡ ਦਾ ਹੋਵੇ ਨਾ ਸਾਧ ਸੰਗਤ ਜੀ, ਉਹ ਕੀ ਬਹੁਤੀ ਉਹਦੇ ਉੱਤੇ ਸ਼ਰਧਾ ਨਹੀਂ ਹੁੰਦੀ। ਜਿਸ ਤਰ੍ਹਾਂ ਹੁਣ ਕੋਈ ਆਪਣੇ ਨਾਲ ਪੜ੍ਹ ਕੇ, ਆਪਣੇ ਨਾਲ ਵਿੱਦਿਆ ਸਕੂਲ ਦੇ ਵਿੱਚ ਪ੍ਰਾਪਤ ਕਰਕੇ ਕੋਈ ਉੱਚੀ ਪਦਵੀ ਤੇ ਚਲਿਆ ਜਾਵੇ, ਕੱਲ੍ਹ ਨੂੰ ਆਪਾਂ ਕਹਿੰਦੇ ਫਿਰਦੇ ਇਹ ਤਾਂ ਸਾਡੇ ਨਾਲ ਹੀ ਪੜ੍ਹਿਆ, ਇਹਦਾ ਕੋਈ ਬਹੁਤਾ ਸਾਡੇ ਨਾਲ ਖਾਂਦਾ ਪੀਂਦਾ ਰਿਹਾ। ਆਪਾਂ ਨੂੰ ਸਾਧ ਸੰਗਤ ਜੀ ਉਹ ਤੇ ਉਹਨਾਂ ਭਰੋਸਾ ਜਾਂ ਵਿਸ਼ਵਾਸ ਜਾਂ ਨਹੀਂ ਹੁੰਦਾ, ਆਪਾਂ ਤਾਂ ਆਮ ਹੀ ਸਮਝਦੇ ਹਾਂ ਉਹ ਗੱਲ ਨੂੰ। ਇਸੇ ਤਰ੍ਹਾਂ ਇਹ ਪ੍ਰੇਮੀ ਦੋਨੇ ਹੀ, ਇਹ ਤਾਂ ਕਹਿੰਦੇ ਸਾਡੇ ਪਿੰਡ ਦਾ ਹੀ ਬਜ਼ੁਰਗ ਹੈ, ਬਜ਼ੁਰਗ ਕਹਿਣ ਨਾ ਕੋਈ ਸਤਿਕਾਰ ਦੇ ਨਾਲ ਨਾਮ ਲਿਆ। ਇਹ ਇੱਥੇ ਆਪਣੇ ਪਿੰਡ ਦਾ ਵੀ ਇੱਕ ਬਜ਼ੁਰਗ ਬਾਬਾ ਰਹਿੰਦਾ। ਕਹਿੰਦੇ ਲੋਕੀ ਬਹੁਤ ਕਹਿੰਦੇ ਨੇ ਵੀ ਇਹ ਕਰਨੀ ਵਾਲਾ ਬਾਬਾ ਹੈ। ਕਹਿੰਦੇ ਹੈ ਤਾਂ ਸਾਡੇ ਪਿੰਡ ਦਾ, ਪਤਾ ਨਹੀਂ ਕਰਨੀ ਵਾਲਾ ਹੈਗਾ ਪਤਾ ਨਹੀਂ। ਇਹੋ ਜਿਹੀ ਸ਼ਰਧਾ ਸਾਧ ਸੰਗਤ ਜੀ, ਇਹੋ ਜਿਹੀਆਂ ਗੱਲਾਂ। ਕਹਿੰਦੇ ਚਲੋ ਦੇਖ ਹੀ ਲੈਂਦੇ ਹਾਂ, 10-12 ਸਾਲ ਹੋ ਗਏ ਕੇਸ ਚੱਲਦੇ ਨੂੰ, ਆਪਾਂ ਬਾਬੇ ਨੂੰ ਇਹ ਗੱਲ ਸੁੱਖ ਲੈਂਦੇ ਵੀ ਆ ਕੇ 20 ਰੁਪਈਏ ਪਾਵਾਂਗੇ ਲੰਗਰ 'ਚ, ਸਾਡਾ ਕੇਸ ਬਰੀ ਹੋ ਜਾਵੇ। ਵਿਸ਼ਵਾਸ ਸਾਧ ਸੰਗਤ ਜੀ, ਜਿਹੜੀ ਵਿਸ਼ਵਾਸ ਹੈ ਨਾ, ਇਹ ਬਹੁਤ ਵੱਡਾ ਗੁਣ ਹੈ। ਵਿਸ਼ਵਾਸ, ਭਰੋਸਾ, ਯਕੀਨ, ਜਿਹਨੂੰ ਗੁਰੂ ਤੇ ਯਕੀਨ ਹੈ, ਭਰੋਸਾ ਹੈ ਮਹਾਂਪੁਰਖਾਂ ਤੇ, ਉਹ ਸਭ ਕੁਝ ਲੈ ਲੈਂਦੇ ਨੇ ਸਾਧ ਸੰਗਤ ਜੀ। ਬਸ ਯਕੀਨ ਹੋਣਾ ਚਾਹੀਦਾ ਹੈ, ਹਿਰਦੇ ਦੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ। ਇਹਨਾਂ ਨੇ ਜਾਂਦਿਆਂ ਨੇ ਸੁਖਣਾ ਸੁੱਖ ਲਈ ਸਾਧ ਸੰਗਤ ਰੇਰੂ ਸਾਹਿਬ ਗੁਰਦੁਆਰੇ ਦੇ ਅੱਗੇ ਹੀ, ਅੰਦਰ ਨਹੀਂ ਗਏ। ਰਸਤੇ 'ਚ ਜਾਂਦਿਆਂ ਨੇ ਇਹ ਬਚਨ ਕਹਿਤਾ, ਕਹਿੰਦੇ ਜੇ ਸਾਡਾ ਅੱਜ ਕੇਸ ਬਰੀ ਹੋ ਜਾਵੇ, ਅਸੀਂ ਆ ਕੇ 20 ਰੁਪਈਏ ਪਾਵਾਂਗੇ ਲੰਗਰ ਦੇ ਵਿੱਚ। ਹੁਣ ਚਲੇ ਗਏ। ਹੁਣ ਸਾਧ ਸੰਗਤ ਜੀ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਆ ਨਾ, ਉਹਨਾਂ ਦੇ ਕੋਲੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੁੰਦੀ। ਜਿਹੋ ਜਿਹਾ ਪਰਮੇਸ਼ਰ ਅੰਤਰਜਾਮੀ ਵਾਹਿਗੁਰੂ ਆਪ ਹੈ ਨਾ, ਉਹਨੂੰ ਜਪਣ ਵਾਲੇ ਵੀ ਫਿਰ ਉਹੋ ਜਿਹੇ ਹੁੰਦੇ ਨੇ ਜਿਹੜੇ ਉਹਦੇ ਵਿੱਚ ਇੱਕਮਿਕ ਹੋ ਚੁੱਕੇ ਨੇ। ਹਾਂ, ਇੰਨੀ ਗੱਲ ਹੈ ਵੀ ਆਪਣੇ ਮਨ ਵਿੱਚ ਸ਼ਰਧਾ ਨਹੀਂ ਹੁੰਦੀ ਪੂਰੀ, ਭਾਂਡਾ ਆਪਣਾ ਸਹੀ ਨਹੀਂ ਹੁੰਦਾ। ਉਹ ਤਾਂ ਸਾਧ ਸੰਗਤ ਜੀ ਕਿਰਪਾ ਰੂਪੀ ਦੁੱਧ ਪਾਉਣ ਨੂੰ ਤਿਆਰ ਹੀ ਬੈਠੇ ਨੇ। ਭਾਂਡਾ ਆਪਣਾ ਸਾਫ਼ ਹੋਣਾ ਚਾਹੀਦਾ ਹੈ। ਜੇ 100 ਦੇ ਵਿੱਚੋਂ 1 ਅੰਕ ਆਪਾਂ ਕੱਢ ਲਈਏ, ਸਿਆਣਾ ਬੰਦਾ ਕਦੇ ਉਹਨੂੰ ਪੂਰਾ 100 ਨਹੀਂ ਕਹਿੰਦਾ। ਜੇ ਉਹਦੇ ਵਿੱਚੋਂ 1 ਅੰਕ ਵੀ ਘੱਟ ਹੋਵੇ, ਆਪਾਂ ਉਹਨੂੰ 99 ਕਹਾਂਗੇ। ਇਸੇ ਤਰ੍ਹਾਂ ਸ਼ਰਧਾ ਹੈ ਸਾਧ ਸੰਗਤ ਜੀ, ਪਿਆਰ ਹੈ। ਜੇ ਉਹਦੇ ਵਿੱਚੋਂ ਮਾੜੀ ਜੀ ਵੀ ਸ਼ਰਧਾ ਘੱਟ ਹੈ ਨਾ, ਫਿਰ ਕੁਛ ਨਹੀਂ ਮਿਲਣਾ। ਜੇ ਪੂਰਨ ਤੌਰ ਤੇ ਪ੍ਰੇਮ ਨਾਲ ਝੁਕਾਂਗੇ, ਆ ਕੇ ਕਹਾਂਗੇ ਮਹਾਰਾਜ ਨੂੰ, ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ। ਜੇ ਆ ਕੇ ਮਹਾਰਾਜ ਨੂੰ ਬੇਨਤੀ ਕਰਾਂਗੇ, ਸੱਚੇ ਪਾਤਸ਼ਾਹ ਜੀ ਅਸੀਂ ਤਾਂ ਸਾਰੇ ਦੁਆਰੇ ਛੱਡਤੇ ਨੇ, ਬਸ ਸਾਡਾ ਵਿਸ਼ਵਾਸ ਆ ਦੁਨੀਆ ਤੋਂ ਉੱਠ ਗਿਆ, ਹੁਣ ਨਹੀਂ ਅਸੀਂ ਕਿਸੇ ਦੇ ਭਰੋਸੇ ਵਿੱਚ ਆਉਂਦੇ। ਜੇ ਭਰੋਸਾ ਹੈ ਤਾਂ ਸਿਰਫ ਤੇ ਸਿਰਫ ਤੇਰੇ ਵਿੱਚ ਭਰੋਸਾ ਹੈ। ਆ ਕੇ ਬੇਨਤੀ ਕਰੀਏ ਮਹਾਰਾਜ ਨੂੰ, ਸਾਰੇ ਛੱਡ ਕੇ ਦੁਆਰੇ ਝੂਠੀ ਦੁਨੀਆ ਦੇ, ਤੇਰੇ ਦਰ ਆਏ ਪ੍ਰੀਤਮਾ। ਸਾਰੇ ਛੱਡ ਕੇ ਦੁਆਰੇ ਝੂਠੀ ਦੁਨੀਆ ਦੇ, ਤੇਰੇ ਦਰ ਆਏ ਮਾਲਕਾ। ਸਾਰੇ ਛੱਡ ਕੇ ਦੁਆਰੇ ਝੂਠੀ, ਹਾਂ ਦੁਆਰੇ ਝੂਠੀ ਦੁਨੀਆ ਦੇ, ਤੇਰੇ ਦਰ ਆਏ ਪ੍ਰੀਤਮਾ। ਸਾਰੇ ਛੱਡ ਕੇ ਦੁਆਰੇ ਝੂਠੀ ਦੁਨੀਆ ਦੇ, ਤੇਰੇ ਦਰ ਆਏ ਮਾਲਕਾ।
ਸਾਰੇ ਛੱਡ ਕੇ ਦੁਆਰੇ ਝੂਠੀ ਦੁਨੀਆ ਦੇ, ਤੇਰੇ ਦਰ ਆਏ ਮਾਲਕਾ। ਸਾਰੇ ਛੱਡ ਕੇ ਦੁਆਰੇ ਝੂਠੀ ਦੁਨੀਆ ਦੇ, ਤੇਰੇ ਦਰ ਆਏ ਵਾਹਿਗੁਰੂ। ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ। ਇਹ ਬੇਨਤੀ ਕਰ ਦਈਏ। ਪਰ ਸਾਧ ਸੰਗਤ ਜੀ ਜਿਹੜੇ ਪ੍ਰੇਮੀ ਸੀ ਨਾ ਦੋਨੇ ਹੀ, ਇਹਨਾਂ ਦੇ ਮਨ ਵਿੱਚ ਇਹੋ ਜਿਹੀ ਭਾਵਨਾ ਨਹੀਂ ਬਣੀ। ਕਹਿੰਦੇ ਹੈ ਤੇ ਆਪਣੇ ਪਿੰਡ ਦਾ ਹੀ ਬਾਬਾ, ਪਰ ਹੁਣ ਇਹ ਪਤਾ ਨਹੀਂ ਵੀ ਪੂਰਾ ਹੈ ਕਰਨੀ ਵਾਲਾ ਜਾਂ ਅੱਧਾ ਹੈ। ਇਹੋ ਜਿਹੀ ਗੱਲ ਜੀ ਮਾਰ ਕੇ ਲੰਘ ਗਏ, ਚਲੇ ਗਏ। ਕੀ ਹੋਇਆ ਸਾਧ ਸੰਗਤ ਜੀ? ਮਹਾਰਾਜ ਕਹਿੰਦੇ ਨੇ ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ। 10ਵੇਂ ਪਾਤਸ਼ਾਹ ਕਹਿੰਦੇ ਨੇ ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਜਿਹੜੇ ਪੂਰਿਆਂ ਨੂੰ ਜਪਣ ਵਾਲੇ ਨੇ ਉਹ ਪੂਰੇ ਹੀ ਹੁੰਦੇ ਨੇ। ਫਿਰ ਜਾਣਸਾਰ ਜੱਜ ਨੇ ਜਿਹੜਾ ਫੈਸਲਾ ਸੀ ਇਹਨਾਂ ਦੇ ਹੱਕ ਵਿੱਚ ਕਰਤਾ।